ਪੂਰੀ ਦੁਨੀਆ ਦੇ ਵਿੱਚ ਉਦਯੋਗਿਕ ਕਾਰੋਬਾਰ ਠੱਪ ਸੀ। ਉੱਥੇ ਹੀ ਆਰਸੀਐਫ ਦੇ ਵੱਲੋਂ ਇੱਕ ਵੱਡੀ ਮੱਲ ਮਾਰੀ ਗਈ। ਆਰਸੀਐਫ ਦੇ ਵੱਲੋਂ ਇੱਕ ਹਾਈ ਸਪੀਡ ਡੱਬਾ ਤਿਆਰ ਕੀਤਾ ਗਿਆ ਹੈ, ਡਬਲ ਡੈਕਰ ਡੱਬਾ, ਜੋ ਏਸੀ ਡੱਬਾ ਹੋਵੇਗਾ। ਦੇਸ਼ ਦਾ ਪਹਿਲਾ ਡਬਲ ਡੈਕਰ ਡੱਬਾ ਹੈ ਜੋ ਹਾਈ ਸਪੀਡ ਹੈ। ਤਾਂ ਇਸ ਡੱਬੇ ਦੇ ਵਿੱਚ ਬਹੁਤ ਸਾਰੇ ਖਾਸੀਅਤ ਹੈਗੀ ਆ, ਸੈਂਸਰ ਲੱਗੇ ਨੇ ਅਤੇ ਤੁਹਾਨੂੰ ਪੂਰੀ ਫੀਲਿੰਗ ਜਿਹੜੀ ਇਸ ਤਰ੍ਹਾਂ ਦੀ ਆਵੇਗੀ ਕਿ ਤੁਸੀਂ ਪਲੇਨ ਦੇ ਵਿੱਚ ਸਫ਼ਰ ਕਰ ਰਹੇ ਹੋ। ਬਹੁਤ ਹੀ ਸ਼ਾਨਦਾਰ ਇਹ ਡੱਬਾ ਜਿਹੜਾ ਆ ਆਰਸੀਐਫ ਦੇ ਵੱਲੋਂ ਤਿਆਰ ਕੀਤਾ ਗਿਆ ਹੈ। ਤਾਂ 23 ਤਰੀਕ ਨੂੰ ਇਸ ਦਾ ਉਦਘਾਟਨ ਕੀਤਾ ਗਿਆ। ਅੱਜ ਪਹੁੰਚੇ ਆ ਕਿ ਇਸ ਦੇ ਵਿੱਚ ਕੀ ਕੀ ਖਾਸ ਗੱਲਾਂ ਹੈਗੀਆਂ ਨੇ, ਇੰਨੀ ਸਪੀਡ ਕਿਸ ਤਰੀਕੇ ਨਾਲ ਮੈਨੇਜ ਹੋਊਗੀ ਅਤੇ ਹੋਰ ਕੀ ਗੱਲਾਂ ਬਾਤਾਂ ਇਹਦੇ ਵਿੱਚ ਖਾਸ ਨੇ। ਸਾਰੀ ਗੱਲਬਾਤ ਕਰਨ ਲਈ ਮੇਰੇ ਨਾਲ ਜਤੇਸ਼ ਕੁਮਾਰ ਹੈਗੇ ਨੇ, ਪੀਆਰਓ ਨੇ ਆਰਸੀਐਫ ਦੇ। ਸਾਰੀ ਗੱਲਬਾਤ ਕਰਦੇ ਹਾਂ ਕਿ ਅਸਲ ਦੇ ਵਿੱਚ ਇਸ ਦੇ ਵਿੱਚ ਹੋਰ ਕੀ ਕੀ ਖਾਸ ਗੱਲਾਂ ਨੇ। ਸਰ, ਸਭ ਤੋਂ ਪਹਿਲਾਂ ਸਵਾਗਤ। ਥੈਂਕ ਯੂ। ਪਹਿਲਾਂ ਤਾਂ ਤੁਸੀਂ ਵਧਾਈ ਦੇ ਪਾਤਰ ਹੋ ਕਿ ਦੇਸ਼ ਦਾ ਪਹਿਲਾ ਡਬਲ ਡੈਕਰ ਡੱਬਾ ਹਾਈ ਸਪੀਡ ਤੁਸੀਂ ਤਿਆਰ ਕੀਤਾ ਹੈ। ਤਾਂ ਇਹਦੇ ਵਿੱਚ ਮੁੱਢਲੇ ਤੌਰ ਦੇ ਉੱਪਰ ਜੇ ਦੇਖਿਆ ਜਾਵੇ ਤਾਂ ਕਿਹੜੀਆਂ-ਕਿਹੜੀਆਂ ਖਾਸ ਗੱਲਾਂ ਨੇ? ਇਹ ਐਕਚੁਅਲੀ ਦੇਸ਼ ਦਾ ਪਹਿਲਾ ਐਸਾ ਡਬਲ ਡੈਕਰ ਹੈ ਜੋ 160 ਕਿਲੋਮੀਟਰ ਦੀ ਸਪੀਡ ਤੇ ਚੱਲ ਸਕਦਾ ਹੈ। ਇਹਨੂੰ ਅਸੀਂ ਤਿਆਰ ਕੀਤਾ ਹੈ ਤੇ ਇਹਨੂੰ ਅਸੀਂ ਆਸੀਲੇਸ਼ਨ ਟ੍ਰਾਇਲ ਵਾਸਤੇ ਭੇਜ ਰਹੇ ਹਾਂ, ਜੋ ਕਿ ਆਰਡੀਐਸਓ ਜਾਏਗਾ। ਆਰਡੀਐਸਓ ਸਾਡੀ ਲਖਨਊ ਦੀ ਯੂਨਿਟ ਹੈ। ਉੱਥੇ ਇਹਦੇ ਟ੍ਰਾਇਲ ਹੋਣਗੇ। ਟ੍ਰਾਇਲ ਹੋਣ ਤੋਂ ਬਾਅਦ ਸਾਨੂੰ ਇਹਦਾ ਸਰਟੀਫਿਕੇਸ਼ਨ ਮਿਲੇਗਾ। ਉਹਦੇ ਬੇਸ ਤੇ ਅਸੀਂ ਇਹਨੂੰ ਰੈਗੂਲਰ ਪ੍ਰੋਡਕਸ਼ਨ ਦੇ ਵਿੱਚ ਲੈ ਸਕਦੇ ਹਾਂ, ਜੋ ਵੀ ਸਾਡੀ ਡਿਮਾਂਡ ਹੋਏਗੀ ਅਦਰਸ ਰੇਲਵੇ ਦੇ ਹਿਸਾਬ ਨਾਲ। ਤਾਂ ਇਹਦੇ ਵਿੱਚ ਥੱਲੇ ਕਿੰਨੀਆਂ ਸੀਟਾਂ ਲੱਗੀਆਂ ਨੇ, ਉੱਪਰਲੇ ਪੋਰਸ਼ਨ ਦੇ ਵਿੱਚ ਕਿੰਨੀਆਂ ਸੀਟਾਂ ਲੱਗੀਆਂ ਨੇ, ਤਾਂ ਅੱਗੇ ਪਿੱਛੇ ਟੋਟਲ ਕੁੱਲ ਸੀਟਾਂ ਕਿੰਨੀਆਂ ਨੇ? ਇਹਦੇ ਵਿੱਚ ਬੇਸਿਕਲੀ 3 ਫਲੋਰ ਹੁੰਦੇ ਆ। ਇੱਕ ਮਿਡਲ ਫਲੋਰ ਹੈ ਜਿੱਥੇ ਅਸੀਂ ਐਂਟਰ ਕਰਦੇ ਹਾਂ ਕੋਚ ਦੇ ਵਿੱਚ। ਉਸ ਤੋਂ ਉੱਪਰ ਇੱਕ ਅਪਰ ਡੈਕ ਹੈ, ਇੱਕ ਲੋਅਰ ਡੈਕ ਹੈ। ਅਪਰ ਡੈਕ ਦੇ ਉੱਪਰ 50 ਸੀਟਾਂ ਨੇ, ਲੋਅਰ ਡੈਕ ਦੇ ਵਿੱਚ 48 ਨੇ ਤੇ ਮਿਡਲ ਡੈਕ ਦੇ ਵਿੱਚ ਇੱਕ ਪਾਸੇ 6 ਤੇ ਇੱਕ ਪਾਸੇ 16 ਸੀਟਾਂ ਹੁੰਦੀਆਂ ਨੇ। ਇਹਦੇ ਨਾਲ ਕੁੱਲ ਕੈਪੈਸਿਟੀ ਜਿਹੜੀ ਹੈ ਇਸ ਕੋਚ ਦੀ 120 ਪੈਸੇਂਜਰ ਦੀ ਹੋ ਜਾਂਦੀ ਹੈ। ਤੇ ਆਮ ਡੱਬੇ ਦੇ ਵਿੱਚ ਕਿੰਨੇ ਪੈਸੇਂਜਰ ਬੈਠ ਸਕਦੇ ਨੇ? ਆਮ ਚੇਅਰ ਕਾਰ ਜਿਹੜਾ ਤੁਸੀਂ ਦੇਖਦੇ ਹੋ ਜਿਵੇਂ ਸ਼ਤਾਬਦੀ ਹੈ, ਉਹਦੇ ਵਿੱਚ ਉਹਦੀ ਕੈਪੈਸਿਟੀ ਨਾਰਮਲੀ 78 ਕੋਚਸ ਦੀ ਹੁੰਦੀ ਹੈ। ਉਹਦੇ ਹਿਸਾਬ ਨਾਲ ਤੁਸੀਂ ਇਹ ਲਾ ਲਓ ਕਿ ਡਬਲ ਡੈਕਰ ਦੇ ਵਿੱਚ 50% ਕੈਪੈਸਿਟੀ ਜਿਹੜੀ ਹੈ ਕੋਚਸ ਸੀਟ ਦੀ ਉਹ ਵੱਧ ਜਾਂਦੀ ਹੈ, ਜ਼ਿਆਦਾ ਪੈਸੇਂਜਰ 'ਚ ਟਰੈਵਲ ਕਰ ਸਕਦੇ ਨੇ। ਤੁਸੀਂ ਫਿਰ ਇਸ ਡੱਬੇ ਦੀ ਕੋਈ ਲੈਂਥ ਜਾਂ ਹਾਈਟ ਵਧਾਈ ਹੈ ਕਿ ਜਾਂ ਉਨੀ ਲੈਂਥ ਹਾਈਟ ਹੈ? ਇਹਦੇ ਵਿੱਚ ਅਸੀਂ ਨਾਰਮਲ ਕੋਚ ਦੇ ਵਿੱਚ ਜੋ ਇਕਵਿਪਮੈਂਟਸ ਥੱਲੇ ਅੰਡਰ ਫਰੇਮ ਤੋਂ ਥੱਲੇ ਲੱਗਦੇ ਨੇ, ਉਹਨਾਂ ਇਕਵਿਪਮੈਂਟਸ ਨੂੰ ਅਸੀਂ ਸ਼ਿਫਟ ਕੀਤਾ ਹੈ। ਕਈਆਂ ਦਾ ਸਾਈਜ਼ ਘਟਾਇਆ ਹੈ, ਉਹਦੇ ਕਰਕੇ ਉਸ ਸਪੇਸ ਨੂੰ ਯੂਜ਼ ਕਰਕੇ ਇੱਕ ਲੋਅਰ ਡੈਕ ਤਿਆਰ ਕੀਤਾ ਹੈ। ਉਹਦੇ ਨਾਲ ਸੀਟਸ ਜਿਹੜੀਆਂ ਵਧੀਆ ਨੇ। ਸੀਟ ਜਿਹੜੀਆਂ ਨੇ ਬੜੀਆਂ ਕੰਫਰਟੇਬਲ ਲੱਗ ਰਹੀਆਂ ਨੇ। ਇਹਨਾਂ ਸੀਟਾਂ ਦੀ ਖਾਸ ਗੱਲ ਕੀ ਹੈਗੀ ਇਹਦੇ? ਇਹ ਸੀਟਾਂ ਬਿਲਕੁਲ ਰਿਕਲਾਈਨ ਸੀਟਸ ਹੈ। ਤੁਸੀਂ ਜਦੋਂ ਪੈਸੇਂਜਰ ਬੈਠੇਗਾ ਉਹ ਆਪਣੇ ਆਪ ਇਸ ਸੀਟ ਨੂੰ ਅੱਗੇ ਪਿੱਛੇ ਕਰ ਸਕਦਾ ਹੈ। ਇਸ ਤੋਂ ਇਲਾਵਾ ਮੂਵੇਬਲ ਹੈਂਡ ਰੈਸਟ ਹੈ, ਉਹ ਸਾਰਾ ਕੁਝ ਇਹਦੇ ਵਿੱਚ ਦਿੱਤਾ ਹੋਇਆ ਹੈ। ਇਸ ਕੋਚ ਦੀ ਜਿਹੜੀ ਮੇਨ ਖਾਸੀਅਤ ਹੈ ਪਿਛਲੇ ਡਬਲ ਡੈਕਰ ਨਾਲੋਂ, ਉਹ ਹੈ ਇਹਦੀ ਸਪੀਡ ਕੈਪੇਬਿਲਿਟੀ। ਪਹਿਲਾਂ ਜਿਹੜੇ ਡਬਲ ਡੈਕਰ ਸੀਗੇ ਉਹ 130 ਕਿਲੋਮੀਟਰ ਪਰ ਆਵਰ ਦੀ ਸਪੀਡ ਤੱਕ ਕੈਪੇਬਲ ਸੀਗੇ, ਤੇ ਹੁਣ ਇਹ ਪਹਿਲੀ ਵਾਰ ਜਿਹੜਾ 160 ਕਿਲੋਮੀਟਰ ਦੀ ਸਪੀਡ ਨਾਲ ਚੱਲਣ ਵਾਲਾ ਡਬਲ ਡੈਕਰ ਆਇਆ ਹੈ। ਇਹ ਹੁਣ ਤੁਹਾਨੂੰ ਇੱਕ ਤਾਂ ਸਪੀਡ ਜ਼ਿਆਦਾ ਦੇ ਰਿਹਾ ਹੈ, ਦੂਸਰਾ ਹੈ ਕੈਪੈਸਿਟੀ ਜ਼ਿਆਦਾ ਹੈ। ਉਹਦੇ ਕਰਕੇ ਕਿਹਾ ਹੈ ਸਾਡੇ ਰੂਟਸ ਦੇ ਉੱਪਰ ਜੋ ਟ੍ਰੇਨ ਦਾ ਟ੍ਰੈਫਿਕ ਹੈ ਉਹਨੂੰ ਮੈਨੇਜ ਕਰਨਾ ਈਜ਼ੀ ਹੋ ਜਾਏਗਾ। ਜ਼ਿਆਦਾ ਕੈਪੈਸਿਟੀ ਤੇ ਜਲਦੀ ਟਾਈਮ ਦੇ ਵਿੱਚ ਤੁਸੀਂ ਆਪਣੇ ਡੈਸਟੀਨੇਸ਼ਨ ਤੇ ਪਹੁੰਚ ਪਾਓਗੇ। ਇਹਦੇ ਵਿੱਚ ਜਿਵੇਂ ਮੈਂ ਸਕਰੀਨ ਲੱਗੀਆਂ ਦੇਖ ਰਿਹਾ, ਹੋਰ ਵੀ ਸੈਂਸਰ ਲੱਗੇ ਦੇਖ ਰਿਹਾ। ਇਸ ਦੇ ਵਿੱਚ ਆਮ ਜਿਹੜੇ ਡੱਬੇ ਹੈਗੇ ਨੇ ਉਹਨਾਂ ਦੇ ਨਾਲੋਂ ਇਹਨਾਂ ਦੇ ਵਿੱਚ ਇਹ ਚੀਜ਼ਾਂ ਕਿਹੜੀਆਂ-ਕਿਹੜੀਆਂ ਜਿਹੜੀਆਂ ਐਡ ਆਨ ਕੀਤੀਆਂ ਗਈਆਂ? ਇਹ ਸਾਰੀ ਆਪਣੀ ਪੈਸੇਂਜਰਸ ਫੈਸਿਲਿਟੀਜ਼ ਨੂੰ ਦੇਖਦੇ ਹੋਏ ਅਸੀਂ ਇੱਕ ਤਾਂ ਪੈਸੇਂਜਰ ਇਨਫੋਰਮੇਸ਼ਨ ਸਿਸਟਮ ਲਗਾਇਆ ਹੈ। ਜੋ ਤੁਸੀਂ ਇਹ ਸਕਰੀਨ ਦੇਖ ਰਹੇ ਹੋ, ਇਹ ਪੈਸੇਂਜਰ ਇਨਫੋਰਮੇਸ਼ਨ ਸਿਸਟਮ ਹੈ। ਇਹਦੇ ਵਿੱਚ ਟ੍ਰੇਨ ਚੱਲਦੇ ਹੋਏ ਜਦ ਵੀ ਕੋਈ ਅਗਲਾ ਸਟੇਸ਼ਨ ਆਉਣ ਵਾਲਾ ਹੈ, ਕਿਹੜਾ ਸਟੇਸ਼ਨ ਆਉਣ ਵਾਲਾ ਹੈ, ਕਿੰਨੀ ਦੂਰ ਹੈ, ਤੇ ਇਸ ਵੇਲੇ ਗੱਡੀ ਕਿੰਨੀ ਸਪੀਡ ਤੇ ਚੱਲ ਰਹੀ ਹੈ, ਉਹ ਸਾਰੀ ਇਨਫੋਰਮੇਸ਼ਨ ਇੱਥੇ ਪੈਸੇਂਜਰ ਨੂੰ ਦਿਖਦੀ ਹੈ, ਤਾਂ ਕਿ ਪੈਸੇਂਜਰ ਨੂੰ ਬਾਰ-ਬਾਰ ਇਹ ਨਾ ਦੇਖਣਾ ਪਏ ਕਿ ਮੇਰਾ ਸਟੇਸ਼ਨ ਤਾਂ ਨਿਕਲ ਗਿਆ। ਠੀਕ ਹੈ, ਸੋ ਉਹ ਅਲਰਟ ਰਹਿੰਦਾ ਹੈ। ਇਹ ਵਿਜ਼ੂਅਲ ਤੇ ਆਡੀਓ ਦੋਵੇਂ ਦੇ ਵਿੱਚ ਅਵੇਲੇਬਲ ਹੈ ਪੈਸੇਂਜਰ ਇਨਫੋਰਮੇਸ਼ਨ ਸਿਸਟਮ। ਇਸ ਤੋਂ ਇਲਾਵਾ ਜਿਹੜਾ ਇੱਕ ਬਹੁਤ ਵਧੀਆ ਫੀਚਰ ਦੇ ਵਿੱਚ ਐਡ ਕੀਤਾ ਗਿਆ ਹੈ ਉਹ ਹੈ ਫਾਇਰ ਐਂਡ ਸਮੋਕ ਡਿਟੈਕਟਿੰਗ ਸਿਸਟਮ। ਫਾਇਰ ਉਹ ਜਿਹੜਾ ਤੁਸੀਂ ਦੇਖੋਗੇ ਉਹ ਪੈਸੇਂਜਰ ਏਰੀਆ ਦੇ ਵਿੱਚ ਵੀ ਹੈ। ਇਸ ਤੋਂ ਇਲਾਵਾ ਜਿਹੜਾ ਸਾਡਾ ਵਾਸ਼ਰੂਮ ਹੈ, ਇਹ ਸੈਂਸਰ ਨੇ, ਇਹ ਸੈਂਸਰ ਉਹ ਤੁਸੀਂ ਲਗਾਏ ਨੇ? ਐਗਜ਼ੈਕਟਲੀ, ਇਹ ਸੈਂਸਰ ਜਿਹੜੇ ਸਮੋਕ ਨੂੰ ਜਾਂ ਫਾਇਰ ਨੂੰ ਡਿਟੈਕਟ ਕਰਨਗੇ। ਇਨਫੈਕਟ ਲੈਬੋਰੇਟਰੀ ਏਰੀਆ ਦੇ ਵਿੱਚ, ਲੈਬੋਰੇਟਰੀ ਮੀਨਸ ਟਾਇਲਟਸ ਦੇ ਵਿੱਚ ਵੀ। ਠੀਕ ਹੈ, ਕੋਈ ਵੀ ਕਿਸ ਤਰ੍ਹਾਂ ਦੀ ਕੋਈ ਸਮੋਕਿੰਗ ਕਰਦਾ ਹੈ ਤੇ ਉਹਦੇ ਨਾਲ ਇੱਕ ਜਿਹੜਾ ਆਡੀਓ ਅਲਾਰਮ ਵੱਜਣਾ ਸ਼ੁਰੂ ਹੋ ਜਾਏਗਾ ਕੋਚ ਦੇ ਵਿੱਚ। ਠੀਕ ਹੈ, ਇਹ ਬਹੁਤ ਹੀ ਵੱਡਾ ਸੇਫਟੀ ਫੀਚਰ ਹੈ ਇਸ ਕੋਚ ਦਾ। ਪੂਰਾ ਲਗਜ਼ਰੀ ਕੰਫਰਟ ਬਹੁਤ ਜ਼ਿਆਦਾ ਹੈ ਇਹਦੇ ਵਿੱਚ। ਹਾਂ, ਕੋਸ਼ਿਸ਼ ਇਹੀ ਕੀਤੀ ਗਈ ਹੈ ਕਿ ਹਰ ਯਾਤਰੀ ਨੂੰ ਹਰ ਤਰ੍ਹਾਂ ਦੀ ਕੰਫਰਟ ਮਿਲੇ ਤੇ ਲਗਜ਼ਰੀਅਸ ਜਰਨੀ ਉਹਦੀ ਹੋਵੇ, ਤਾਂ ਕਿ ਜਿਹੜਾ ਦੇਖੋ ਹਰ ਪੈਸੇਂਜਰ ਰੇਲਵੇ ਦੇ ਨਾਲ ਹਰ ਕਿਸੇ ਦਾ ਪਿਆਰ ਹੈ। ਲੌਂਗ ਜਰਨੀ ਹਰ ਕੋਈ ਚਾਹੁੰਦਾ ਹੈ ਕਿ ਉਹ ਬੱਸ ਜਿੰਨੀ ਮਰਜ਼ੀ ਕੰਫਰਟ ਹੋਵੇ ਬਟ ਹੀ ਵਿਲ ਆਲਵੇਜ਼ ਟਰੈਵਲ ਵਿਦ ਟ੍ਰੇਨ ਜਰਨੀ। ਹਰ ਕੋਈ ਚਾਹੁੰਦਾ ਹੈ ਕਿ ਮੈਂ ਟ੍ਰੇਨ ਦੇ ਵਿੱਚ ਸਫ਼ਰ ਕਰਾਂ।
ਕਿਉਂਕਿ ਜ਼ਿਆਦਾ ਕੰਫਰਟੇਬਲ ਹੈ ਐਜ਼ ਕੰਪੇਅਰ ਟੂ ਬੱਸ ਜਰਨੀ। ਇਹਦੇ ਵਿੱਚ ਜਿਵੇਂ ਮੈਂ ਅੱਗੇ ਵੀ ਤੁਸੀਂ ਦੱਸ ਰਹੇ ਹੋ ਕਿ ਜਿਵੇਂ 1994 ਦੇ ਵਿੱਚ ਪਹਿਲਾ ਡਬਲ ਡੈਕਰ ਜਿਹੜਾ ਬਣਾਇਆ ਗਿਆ ਸੀਗਾ ਤਾਂ ਉਹ ਨਾਨ ਏਸੀ ਸੀ, ਤਾਂ ਉਹਦੇ ਵਿੱਚ ਮੈਨੂੰ ਲੱਗਦਾ ਕਿ ਇੰਨੀਆਂ ਸਹੂਲਤਾਂ ਵੀ ਜਿਹੜੀਆਂ ਤੁਸੀਂ ਨਹੀਂ ਦਿੱਤੀਆਂ ਹੋਣਗੀਆਂ। ਤਾਂ ਹੁਣ 2020 ਦੇ ਵਿੱਚ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਉਦਘਾਟਨ ਇਹਦਾ ਕੀਤਾ ਹੈ, ਤਾਂ ਕੀ ਲੱਗਦਾ ਕਿ ਇਹਦੇ ਵਿੱਚ ਪਹਿਲੇ ਨਾਲੋਂ ਜ਼ਿਆਦਾ, ਜਿਵੇਂ ਤੁਸੀਂ ਲੋਅਰ ਬੇਸ ਦੀ ਵੀ ਆਪਾਂ ਬੋਗੀ ਦੀ ਵੀ ਗੱਲ ਕਰ ਰਹੇ ਸੀਗੇ, ਹੋਰ ਸਟਰੋਂਗ ਵੇ ਦੇ ਨਾਲ ਦੇਖਿਆ ਜਾਵੇ ਤਾਂ ਉਹ ਕਿਸ ਤਰੀਕੇ ਨਾਲ, ਕਿਹੜੀ ਲੋਹੇ ਦਾ ਬਣਾਇਆ ਗਿਆ ਹੈ, ਇਸ ਨੂੰ ਕਿਹੜੀ ਟੈਕਨੋਲੋਜੀ ਜਿਹੜੀ ਇਹਦੇ ਵਿੱਚ ਯੂਜ਼ ਕੀਤੀ ਗਈ? ਦੇਖੋ ਜਿਹੜਾ ਪਹਿਲਾ ਡਬਲ ਡੈਕਰ ਬਣਿਆ ਸੀਗਾ ਇਨੀਸ਼ੀਅਲੀ, ਜੋ ਨਾਨ ਏਸੀ ਡਬਲ ਡੈਕਰ ਸੀ, ਉਸ ICF ਟੈਕਨੋਲੋਜੀ ਦਾ ਡਬਲ ਡੈਕਰ ਸੀ। ICF ਮੀਨਸ ਉਹ ਸਟੇਨਲੈਸ ਸਟੀਲ ਨਹੀਂ ਸੀ। ਦੈਨ ਦੇਸ਼ ਦੇ ਵਿੱਚ LHB ਟੈਕਨੋਲੋਜੀ ਆਈ। LHB ਟੈਕਨੋਲੋਜੀ ਦੇ ਵਿੱਚ ਡੱਬਾ ਜਿਹੜਾ ਪੂਰਾ ਸ਼ੈਲ ਜਿਹੜਾ ਉਹ ਸਟੇਨਲੈਸ ਸਟੀਲ ਦਾ ਬਣਿਆ ਹੈ। ਮੈਂ ਕਹਿੰਦਾ ਆਪਾਂ ਨਾਲ ਦੀ ਨਾਲ ਚੱਲਦੇ ਹਾਂ, ਤਾਂ ਜਰੂਰ ਇੱਕ ਵਾਰੀ ਸਰ ਇਧਰ ਵਾਲੇ ਪਾਸੇ ਵੀ ਜਰੂਰ ਹੋ ਜੇ, ਤਾਂ ਉਹ ਵੀ, ਕਿਉਂਕਿ ਆ ਚੀਜ਼ ਏਰੀਆ ਵੀ ਦਿਖਾਉਣਾ ਜ਼ਰੂਰੀ ਨੇ, ਕਿਉਂਕਿ ਇੱਥੇ ਸੈਂਸਰ ਵਗੈਰਾ ਜਾਂ ਲਾਈਟ LED ਯੂਜ਼ ਕੀਤੀ ਗਈ ਹੈ। ਇਹ ਲੈਬੋਰੇਟਰੀ ਸੈਕਸ਼ਨ ਹੈ, ਪਾਸਵੇ ਹੈ। ਆ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਅਸੀਂ ਫਾਇਰ ਐਂਡ ਅਲਾਰਮ ਟ੍ਰੇਨਿੰਗ ਸਿਸਟਮ ਲਾਇਆ ਪਿਆ। ਬਾਕੀ ਤੁਸੀਂ ਇਹਦਾ ਜਿਹੜਾ ਲੈਬੋਰੇਟਰੀ ਸੈਕਸ਼ਨ ਦੇਖੋਗੇ ਤੇ ਉਹ ਬਿਲਕੁਲ ਐਡਵਾਂਸ ਲੈਬੋਰੇਟਰੀ ਹੈ। ਇਹ ਦੇਖੋ ਤੁਸੀਂ ਕਿਸ ਤਰੀਕੇ ਨਾਲ ਐਡਵਾਂਸ ਚੀਜ਼ ਹੁੰਦੀ ਨੇ, ਤੇ ਆਮ ਤੌਰ ਦੇ ਉੱਪਰ ਰੇਲਵੇ ਦੇ ਵੱਲੋਂ ਜਿਹੜੇ ਇਸ ਤਰੀਕੇ ਨਾਲ ਟਾਇਲਟਸ ਹੁੰਦੇ ਨੇ ਜਾਂ ਬਾਥਰੂਮ ਹੁੰਦੇ ਨੇ ਉਹ ਕਾਫੀ ਗੰਦੇ ਹੁੰਦੇ ਨੇ, ਪਰ ਇਹ ਇੱਕ ਬੜਾ ਲਗਜ਼ਰੀ ਟਾਈਪ ਦਾ ਜਿਹੜਾ ਬਾਥਰੂਮ ਹੈ, ਬੜਾ ਸਾਫ਼ ਤਰੀਕੇ ਦੇ ਨਾਲ, ਤਾਂ ਇਹ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਗਿਆ। ਸਰ ਇੱਕ ਹੋਰ ਮੈਨੂੰ ਬੜੀ ਖਾਸ ਗੱਲ ਲੱਗੀ ਇਸ ਡੱਬੇ ਦੇ ਵਿੱਚ ਕਿ ਜਿਹੜੇ ਨੇਤਰਹੀਨ ਲੋਕ ਨੇ, ਜਿਵੇਂ ਤੁਸੀਂ ਆ ਟੈਕਨੋਲੋਜੀ ਜਿਹੜੀ ਇੱਥੇ ਯੂਜ਼ ਕੀਤੀ ਹੋਈ ਆ, ਮੈਂ ਇੱਕ ਵਾਰੀ ਦਿਖਾਉਣਾ ਚਾਹੁੰਦਾ ਮਨੀਸ਼ ਨੂੰ ਕਿ ਆ ਚੀਜ਼ ਜਿਹੜੀ ਹੈ ਤੁਸੀਂ ਨੇਤਰਹੀਨ ਦੇ ਲਈ ਜਿਹੜੀ ਲਗਾਈ। ਯੈਸ ਇਹ ਐਕਚੁਅਲੀ ਬ੍ਰੇਲ ਲੈਂਗੁਏਜ ਹੈ। ਇਹ ਵੈਸੇ ਤਾਂ ਅਸੀਂ ਜਿਹੜੇ ਹੁਣ ਕੋਚ ਸਾਡੇ ਆਲਰੇਡੀ ਰਨਿੰਗ ਦੇ ਵਿੱਚ ਨੇ, ਉਹਨਾਂ ਦੇ ਵਿੱਚ ਵੀ ਇਹਨੂੰ ਪ੍ਰੋਵਾਈਡ ਕੀਤਾ ਜਾ ਰਿਹਾ ਹੈ, ਤਾਂ ਕਿ ਕੋਈ ਨੇਤਰਹੀਨ ਹੈ ਉਹ ਆਪਣੀ ਸੀਟ ਨੰਬਰ ਦੇਖ ਸਕਦਾ ਹੈ ਜਾਂ ਕੋਈ ਵੀ ਇਨਸਟਰਕਸ਼ਨ ਲੱਗੀ ਹੈ ਉਹਨਾਂ ਨੂੰ ਈਜ਼ੀਲੀ ਜਿਹੜਾ ਉਹ ਪੜ੍ਹ ਸਕਦਾ ਹੈ। ਤਾਂ ਆਪਾਂ ਟੈਕਨੋਲੋਜੀ ਦੀ ਗੱਲ ਕਰ ਰਹੇ ਸੀ, ਆਪਣੀ ਵਿੱਚ ਇਹ ਗੱਲ ਰਹਿ ਗਈ ਕਿ ਕਿਹੜੀ ਟੈਕਨੋਲੋਜੀ ਜਿਹੜੀ ਆ ਇਹਦੇ ਵਿੱਚ ਥੱਲੇ ਬੇਸ ਦੇ ਉੱਪਰ ਜਿਹੜੀ ਯੂਜ਼ ਕੀਤੀ ਹੈ। ਯੈਸ ਜਿਹੜੀ ਟੈਕਨੋਲੋਜੀ ਹੁਣ ਅਸੀਂ ਯੂਜ਼ ਕੀਤੀ ਹੈ ਇਹਦੇ 'ਚ ਚੇਂਜ ਕੀਤਾ ਹੈ ਫੀਐਟ ਬੋਗੀ ਦੇ ਵਿੱਚ। ਫੀਐਟ ਬੋਗੀ ਦੇ ਵਿੱਚ ਪਹਿਲਾਂ ਅਸੀਂ ਜਿਹੜਾ ਪ੍ਰਾਇਮਰੀ ਸਪਰਿੰਗ ਸੀ ਉਹ ਕੋਇਲ ਸਪਰਿੰਗ ਯੂਜ਼ ਕਰਦੇ ਸੀਗੇ। ਦੈਨ ਫਰਦਰ ਹੋਰ ਇੰਪਰੂਵਮੈਂਟ ਕਰਦੇ ਹੋਏ ਰੇਲਵੇ ਨੇ 에ਅਰ ਸਪਰਿੰਗ ਲਗਾਉਣੇ ਸ਼ੁਰੂ ਕੀਤੇ। ਉਹਦੇ ਵਿੱਚ ਇੱਕ ਅਗਲੀ ਪਹਿਲ ਹੈ ਜੋ ਇਸ ਕੋਚ ਦੇ ਵਿੱਚ ਕੀਤੀ ਗਈ ਹੈ, ਉਹ ਹੈ 160 ਕਿਲੋ ਨਿਊਟਨ ਦਾ 에ਅਰ ਸਪਰਿੰਗ ਲਗਾਇਆ ਗਿਆ ਹੈ, ਜੋ ਕਿ ਜ਼ਿਆਦਾ ਹਾਈ ਸਪੀਡ ਤੇ ਚੱਲਣ ਵਾਸਤੇ ਸક્ષਮ ਹੈ। ਸਰ ਇੱਕ ਗੱਲ ਇਹ ਵੀ ਹੈ ਕਿ ਜੇ ਹਾਈ ਸਪੀਡ ਵਾਲੇ ਡੱਬੇ ਤੁਸੀਂ ਬਹੁਤ ਵਧੀਆ ਇਹ ਤਿਆਰ ਕੀਤਾ, ਤੇ ਉਹਦੇ ਲਈ ਫਿਰ ਇੰਜਨ ਵੀ ਕੋਈ ਐਕਸਟਰਾ ਹੋਵੇਗਾ ਕਿ ਇੰਜਨ ਪਹਿਲਾਂ ਤੇ ਜਿਹੜੇ ਪਹਿਲੇ ਇੰਜਨ ਨੇ ਉਹੀ ਚੱਲ ਜਾਣਗੇ? ਨਹੀਂ, ਇੰਜਨ ਜਿਹੜੇ ਪਹਿਲਾਂ ਸਾਡੇ ਇੰਜਨ ਹੈ ਉਹ ਵੀ ਸક્ષਮ ਨੇ ਇਸ ਸਪੀਡ ਤੇ ਚੱਲਣ ਵਾਸਤੇ। ਤੇ ਲੇਟੈਸਟ ਹੁਣ ਤੁਸੀਂ ਦੇਖਿਆ ਹੈ ਕਿ ਸਾਡਾ ਜਿਹੜਾ ਇੰਜਨ ਦਾ ਕਾਰਖਾਨਾ ਹੈ ਉਹਨਾਂ ਨੇ ਵੀ ਇੱਕ ਨਵਾਂ ਇੰਜਨ ਬਣਾਇਆ ਹੈ ਜਿਹੜਾ ਤੇਜਸ ਇੰਜਨ ਨਾਮ ਤੇ। ਉਹ ਇੰਜਨ 160 ਕਿਲੋਮੀਟਰ ਦੀ ਸਪੀਡ ਤੇ ਚੱਲਣ ਨਾਲ ਸક્ષਮ ਹੈ। ਸੋ ਅਸੀਂ ਕੋਚ ਦੇ ਨਾਲ ਇੰਡੀਅਨ ਰੇਲਵੇ ਇੰਜਨ ਦੇ ਉੱਪਰ ਵੀ ਕੰਮ ਕਰ ਰਹੇ ਹਾਂ ਹਾਈ ਸਪੀਡ ਵਾਸਤੇ। ਤਾਂ ਉਹਦੇ ਉੱਤੇ ਵੀ ਕੰਮ ਹੋ ਰਿਹਾ ਹੈ ਜਦ। ਯੈਸ ਐਗਜ਼ੈਕਟਲੀ। ਤਾਂ ਆਪਾਂ ਬਾਹਰ ਵੀ ਜਾ ਕੇ ਦੇਖਦੇ ਹਾਂ ਕਿ ਬਾਹਰੋਂ ਲੁੱਕ ਜਿਹੜੀ ਹੈ ਉਹ ਕਿਸ ਤਰੀਕੇ ਨਾਲ ਜਿਹੜੀ ਹੈ ਆਉਂਦੀ ਹੈ। ਤਾਂ ਇੱਕ ਵਾਰੀ ਮਨੀਸ਼ ਨੂੰ ਕਹੂੰਗਾ ਕਿ ਇੱਕ ਵਾਰੀ ਇਹ ਤਸਵੀਰਾਂ ਜਿਹੜੀਆਂ ਨੇ ਦਿਖਾ ਦਿੱਤੀਆਂ ਜਾਣ ਕਿ ਤਾਂ ਇਹ ਡੋਰ ਵੀ ਦੇਖੋ ਕਿ ਹੁਣ ਪੂਰਾ ਸਲਾਈਡਿੰਗ ਡੋਰ ਵਗੈਰਾ ਲਗਾਏ ਆਟੋਮੈਟਿਕ। ਜੀ ਇਸ ਦੇ ਵਿੱਚ ਲਗਾਇਆ ਗਿਆ ਹੈ ਤਾਂ ਕਿ ਪੈਸੇਂਜਰ ਨੂੰ, ਕਿਉਂਕਿ ਨਾਰਮਲੀ ਪੈਸੇਂਜਰ ਜਿਹੜਾ ਆਪਣੇ ਸਮਾਨ ਦੇ ਨਾਲ ਹੁੰਦਾ ਹੈ, ਠੀਕ ਹੈ, ਫਿਰ ਕਈ ਵਾਰੀ ਉਹ ਦਰਵਾਜ਼ੇ ਨਹੀਂ ਉਲਝ ਜਾਂਦਾ ਹੈ, ਇਸ ਕਰਕੇ ਇਹਨਾਂ ਦਾ ਪ੍ਰੋਵੀਜ਼ਨ ਦਿੱਤਾ ਗਿਆ ਹੈ ਤਾਂ ਕਿ ਉਹਨੂੰ ਅੰਦਰ ਜਾਣ ਬਾਹਰ ਆਉਣ 'ਚ ਈਜ਼ੀ ਹੋ ਜਾਵੇ। ਸਰ ਇੱਥੇ ਇਹ ਟੈਕਨੋਲੋਜੀ ਫਿਰ ਇਹ ਜਿਹੜੀ ਇੱਥੇ ਡੱਬੇ ਦੇ ਨਾਲ ਹੀ ਦਿੱਤੀ ਗਈ ਆ, ਤਾਂ ਇਹ ਫਿਰ ਕੋਈ ਐਦਾਂ ਤਾਂ ਨਹੀਂ ਹੋਊਗਾ ਕੋਈ ਸ਼ਰਾਰਤੀ ਵੀ ਕਈ ਵਾਰੀ ਹੁੰਦੇ ਨੇ ਲੋਕ? ਇਹ ਐਕਚੁਅਲੀ ਲੌਕਡ ਹੈ, ਠੀਕ ਹੈ, ਤੇ ਇਹ ਨਾਰਮਲੀ ਸਿੰਪਲ ਕਿਸੇ ਵੀ ਕੀ ਦੇ ਨਾਲ ਖੁੱਲਣ ਵਾਲੇ ਨਹੀਂ ਨੇ। ਜੋ ਵੀ ਕੋਚ ਦਾ ਅਟੈਂਡੈਂਟ ਹੈ ਸਿਰਫ ਉਹੀ ਇਹਨਾਂ ਨੂੰ ਖੋਲ ਸਕਦਾ ਹੈ। ਇਹਦੇ ਵਿੱਚ ਫਿਰ ਇਸ ਡੱਬੇ ਦੇ ਵਿੱਚ ਕੋਈ ਸਿਕਿਉਰਿਟੀ ਗਾਰਡ ਵਗੈਰਾ ਵੀ ਨਾਲ ਪ੍ਰੋਵਾਈਡ ਕਰਵਾਏ ਜਾਣਗੇ? ਉਹ ਨਾਰਮਲੀ ਏਸੀ ਕੋਚ ਦੇ ਵਿੱਚ ਅਟੈਂਡੈਂਟ ਹੁੰਦਾ ਹੈ ਇੱਕ, ਉਹ ਅਟੈਂਡੈਂਟ ਹੁੰਦਾ ਹੈ, ਇੱਕ ਟੈਕਨੀਸ਼ੀਅਨ ਹੁੰਦਾ ਹੈ ਜੋ ਕਿ ਏਸੀ ਨੂੰ ਜਾਂ ਇਲੈਕਟ੍ਰੀਕਲ ਆਈਟਮਸ ਨੂੰ ਉਹਨਾਂ ਦੀ ਮੇਨਟੇਨੈਂਸ, ਉਹਨਾਂ ਦਾ ਆਪਰੇਸ਼ਨ ਉਹ ਦੇਖਦਾ ਹੈ। ਸਰ ਇੱਕ ਇਹ ਆ ਸੈਂਸਰ ਦੇਖ ਰਿਹਾ ਮੈਂ, ਇਹ ਸੈਂਸਰ ਕਿਸ ਚੀਜ਼ ਦਾ ਹੈਗਾ? ਇਹ ਐਕਚੁਅਲੀ ਬੈਟਰੀ ਦਾ ਸੈਂਸਰ ਹੈ। ਜਿਹੜੀ ਇਹਦੇ ਵਿੱਚ ਬੈਟਰੀ ਲੱਗੀ ਹੈ ਕੋਚ ਦੇ ਵਿੱਚ, ਉਹ ਬੈਟਰੀ ਇਸ ਵੇਲੇ ਤੁਸੀਂ ਗ੍ਰੀਨ ਦੇਖ ਰਹੇ ਹੋ, ਗ੍ਰੀਨ ਦਾ ਮਤਲਬ ਹੈ ਬੈਟਰੀ ਜਿਹੜੀ ਹੈ ਇਸ ਵੇਲੇ ਫੁੱਲ ਹੈ। ਜਦੋਂ ਇਹ ਹੋਣ ਲਈ ਡਿਸਚਾਰਜ ਹੋਣ ਲੱਗ ਪਏਗੀ ਤੇ ਉਹ ਔਰੇਂਜ ਹੋ ਜਾਏਗਾ। ਜੇ ਬੈਟਰੀ ਪੂਰੀ ਡਿਸਚਾਰਜ ਹੋਏਗੀ ਤਾਂ ਇਹ ਰੈਡ ਹੋ ਜਾਂਦਾ ਹੈ। ਉਹਦੇ ਨਾਲ ਜਿਹੜਾ ਸਾਡਾ ਆਪਰੇਟਰ ਹੈ ਉਹ ਅਲਰਟ ਹੋ ਜਾਏਗਾ ਤਾਂ ਇਹ ਕੋਚ ਦੀ ਜਿਹੜੀ ਇਲੈਕਟ੍ਰਿਸਿਟੀ ਹੈ ਉਹ ਅਫੈਕਟਡ ਨਾ ਹੋਵੇ। ਸਰ ਇਹ ਕੋਈ ਇਸ ਡੱਬੇ ਨੂੰ ਖਾਸ ਤਰੀਕੇ ਨਾਲ ਵੀ ਕੋਈ ਧਿਆਨ ਰੱਖਣਾ ਪੈਂਦਾ, ਕੋਈ ਸਰਵਿਸ ਵਗੈਰਾ, ਜਾਂ ਫਿਰ ਇਹਨੂੰ ਕੋਈ? ਸਾਡੇ ਕੋਚਸ ਦੀ ਜਿਹੜੀ ਹੈ ਉਹ ਨਿਰਧਾਰਿਤ POH ਹੈਗੀ ਹੈ। ਉਹ ਜਿਹੜੇ ਸਾਡੇ ਮੇਨਟੇਨੈਂਸ ਵਰਕਸ਼ਾਪਸ ਨੇ ਉਹਨਾਂ ਦੇ ਕੋਲ ਕੋਚ ਜਾਂਦਾ ਹੈ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ,
ਉਸ ਹਿਸਾਬ ਨਾਲ ਉਹਦੀ ਸਰਵਿਸ ਕਰਦੇ ਨੇ। ਇਹਦੇ ਵਿੱਚ ਜਿਹੜਾ ਇਹ ਲੋਹਾ ਇਸਤੇਮਾਲ ਕੀਤਾ ਗਿਆ ਹੈ, ਇਹ ਵੀ ਕੋਈ ਐਡਵਾਂਸ ਟੈਕਨੋਲੋਜੀ ਜਾਂ ਫਿਰ ਕਿ ਜਾਂ ਆਮ ਹੀ ਲੋਹਾ ਇਹਦੇ ਵਿੱਚ ਯੂਜ਼ ਕੀਤਾ? ਇਹ ਕੁਝ ਦਾ ਲੋਹਾ ਜਿਹੜਾ ਹੈ ਪੂਰਾ ਸਟੇਨਲੈਸ ਸਟੀਲ ਦਾ ਹੈ। ਬੋਗੀ ਪੋਰਸ਼ਨ ਤੁਸੀਂ ਬੋਗੀ ਦੀ ਗੱਲ ਕਰ ਰਹੇ ਸੀ, ਇਹ ਬੋਗੀ। ਇਹ ਬੋਗੀ ਹੈ। ਬੋਗੀ ਨੂੰ ਛੱਡ ਕੇ ਬਾਕੀ ਜਿਹੜਾ ਉੱਪਰ ਸਾਰਾ ਸਟਰਕਚਰ ਹੈ ਉਹ ਸਟੇਨਲੈਸ ਸਟੀਲ ਦਾ ਹੈ। ਤੇ ਸਟੇਨਲੈਸ ਸਟੀਲ ਹੋਣ ਦੇ ਨਾਲ ਕੋਚ ਦੀ ਲਾਈਫ ਜਿਹੜੀ ਉਹ ਵੱਧ ਜਾਂਦੀ ਹੈ। ਇਹਦੀ ਲਾਈਫ ਕਿੰਨੀ ਕੁ ਹੈ? ਨਾਰਮਲੀ LHP ਕੋਚ ਦੀ ਲਾਈਫ ਜਿਹੜੀ ਹੈ 35 ਸਾਲ ਹੁੰਦੀ ਹੈ। ਤਾਂ ਇਹ ਕਿੰਨੇ ਚਿਰ ਬਾਅਦ ਇਹਨੂੰ ਅਸੀਂ ਮੰਨ ਲਈਏ ਕਿ ਅਸੀਂ ਇਹਨੂੰ ਪਟਰੀਆਂ ਤੇ ਦੇਖ ਲਾਂਗੇ ਚੱਲਦੇ ਹੋਏ? ਅਸੀਂ ਵੀ ਉਮੀਦ ਕਰ ਰਹੇ ਹਾਂ ਕਿ ਬਹੁਤ ਜਲਦੀ ਅਸੀਂ ਇਹਨੂੰ ਹੋਰ ਵੱਧ ਤੋਂ ਵੱਧ ਕੋਚ ਬਣਾਈਏ। ਬਸ ਅਸੀਂ ਉਡੀਕ ਕਰ ਰਹੇ ਹਾਂ ਕਿ ਜਿੰਨੀ ਜਲਦੀ ਹੋ ਸਕੇ RDS ਨੂੰ ਆਸੀਲੇਸ਼ਨ ਟ੍ਰਾਇਲ ਕਰਕੇ ਸਾਨੂੰ ਹਰੀ ਝੰਡੀ ਦੇ ਦੇਵੇ ਤੇ ਅਸੀਂ ਇਹਨੂੰ ਜਿਹੜੀ ਹੈ ਰੈਗੂਲਰ ਪ੍ਰੋਡਕਸ਼ਨ ਕਰਕੇ ਸਰਵਿਸ ਦੇ ਵਿੱਚ ਦੇ ਸਕੀਏ। ਲੱਗਦਾ ਤੁਹਾਨੂੰ ਕਿ ਪੰਜਾਬ ਦੇ ਵਿੱਚ ਚਲਾਏ ਜਾਣਗੇ? ਕਿਉਂਕਿ ਨਹੀਂ ਤੇ ਆਮ ਤੌਰ ਤੇ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਪੰਜਾਬ ਤੋਂ ਬਾਹਰ ਹੀ ਚੱਲਦੀਆਂ ਨੇ। ਮਤਲਬ ਦੇਖिए ਕਿਸ ਰੂਟ ਤੇ ਚਲਾਣਾ ਹੈ ਇਹ ਤਾਂ ਆਲਵੇਜ਼ ਡਿਸਾਈਡਡ ਬਾਈ ਮਿਨਿਸਟਰੀ ਆਫ ਰੇਲਵੇਜ਼। ਰੇਲਵੇ ਬੋਰਡ ਡਿਸਾਈਡ ਕਰਦਾ ਹੈ ਕਿਸ ਰੂਟ ਤੇ ਅਸੀਂ ਚਲਾਵਾਂਗੇ, ਕਿਉਂਕਿ ਡਬਲ ਡੈਕਰ ਹੈ, ਕੁਝ ਡਾਇਮੈਂਸ਼ਨਸ ਦਾ ਡਿਫਰੈਂਸ ਹੈ ਨਾਰਮਲ ਟ੍ਰੇਨ ਦੇ ਨਾਲੋਂ। ਇਸ ਕਰਕੇ ਸਾਨੂੰ ਇਨਫਰਾਸਟ੍ਰਕਚਰ ਆਪਣਾ ਦੇਖਣਾ ਪੈਂਦਾ ਹੈ, ਕਿਸ ਰੂਟ ਦੇ ਉੱਪਰ ਇਨਫਰਾਸਟ੍ਰਕਚਰ ਇਦਾਂ ਦਾ ਹੈ। ਸਾਨੂੰ ਥੋੜਾ ਜਿਹੜਾ ਸਾਡੇ ਓਵਰਹੈਡ ਬ੍ਰਿਜ ਨੇ ਉਹਨਾਂ ਦੀ ਹਾਈਟ ਦੇਖਣੀ ਪੈਂਦੀ ਹੈ। ਸੋ ਜੋ ਰੂਟ ਸਾਨੂੰ ਅਲਾਉ ਕਰੇਗਾ ਉਸ ਰੂਟ ਦੇ ਉੱਪਰ ਚੱਲੇਗਾ। ਜਿਵੇਂ ਤੁਸੀਂ ਦੇਖ ਰਹੇ ਹੋ ਕਿ ਡਬਲ ਡੈਕਰ ਆਲਰੇਡੀ ਸਾਡੇ ਇੰਡੀਆ ਦੇ ਵਿੱਚ 7-8 ਰੂਟ ਦੇ ਵਿੱਚ ਚੱਲ ਰਿਹਾ। ਸੋ ਹਰੇਕ ਰੂਟ ਤੇ ਤਾਂ ਨਹੀਂ ਕਨਫਰਮ ਕਰ ਸਕਦੇ, ਬਟ ਸਿਲੈਕਟਿਵ ਰੂਟਸ ਦੇ ਉੱਪਰ ਜ਼ਰੂਰ ਚੱਲੇਗਾ। ਹੁਣ ਤੁਸੀਂ ਸਪੀਡ ਇਹਦੀ 160 ਦੱਸੀ ਹੈ, ਤਾਂ ਕੀ ਆਪਣੇ ਇੰਡੀਆ ਦੀਆਂ ਜਾਂ ਪੰਜਾਬ ਦੀਆਂ ਜਾਂ ਪੰਜਾਬ ਤੋਂ ਬਾਹਰ ਦੀਆਂ ਜਿਹੜੀਆਂ ਪਟਰੀਆਂ ਨੇ ਉਹਨਾਂ ਦੇ ਉੱਤੇ ਚੱਲਣ ਲਾਇਕ ਹੈ ਇਹ ਡੱਬਾ? हाँ बिल्कुल चलने लायक है। इंडियन रेलवे अपने जो पटरियां है, सिग्नलिंग सिस्टम है, ਉਹਦੇ ਉੱਪਰ ਬਦਲਾਅ ਕਰ ਰਿਹਾ, ਉਹਨੂੰ ਹੋਰ ਮਜ਼ਬੂਤ ਬਣਾ ਰਿਹਾ, ਹੋਰ ਮਾਡਰਨ ਬਣਾ ਰਿਹਾ ਤਾਂ ਕਿ ਅਸੀਂ 160 ਦੀ ਸਪੀਡ ਤੱਕ ਈਜ਼ੀਲੀ ਟ੍ਰੇਨਾਂ ਨੂੰ ਚਲਾ ਸਕੀਏ। ਉਹਨੂੰ ਜਿਹੜਾ ਸਹੀ ਕੀਤਾ ਜਾ ਰਿਹਾ ਹੈ, ਉਹਨਾਂ ਨੂੰ ਸਹੀ ਕੀਤਾ ਜਾ ਰਿਹਾ, ਰਿਪੇਅਰ ਕੀਤਾ ਜਾ ਰਿਹਾ, ਨਾਲੇ ਉਹਨੂੰ ਐਡਵਾਂਸ ਕੀਤਾ ਜਾ ਰਿਹਾ। ਜੀ ਜੀ ਧੰਨਵਾਦ ਤੁਹਾਡਾ ਇਸ ਸਾਰੀ ਜਾਣਕਾਰੀ ਦੇਣ ਦੇ ਲਈ। ਸੋ ਇੱਕ ਵਾਰੀ ਮੈਂ ਮਨੀਸ਼ ਨੂੰ ਕਹਾਂਗਾ ਕਿ ਦੂਰ ਤੋਂ ਲੁੱਕ ਦਿਖਾਵੇ ਕਿ ਬੜੀ ਜ਼ਬਰਦਸਤ ਲੁੱਕ ਜਿਹੜੀ ਹੈ ਦਿੱਤੀ ਗਈ ਹੈ। ਹਾਲਾਂਕਿ ਆਮ ਤੌਰ ਤੇ ਨਹੀਂ ਤੇ ਡੱਬੇ ਹੁੰਦੇ ਆ ਕਿ ਇੱਥੋਂ ਇਹ ਜਗ੍ਹਾ ਖਾਲੀ ਹੁੰਦੀ ਆ, ਜਿਵੇਂ ਅੱਗੋਂ ਤੁਸੀਂ ਦੇਖ ਲਓ ਕਿ ਪਰ ਇਹ ਜਗ੍ਹਾ ਜਿਹੜੀ ਹੈ ਉਹ ਯੂਜ਼ ਕਰਕੇ ਥੱਲੇ ਅਤੇ ਉੱਪਰ ਜਿਹੜਾ ਡਬਲ ਡੈਕਰ ਇਸ ਡੱਬੇ ਨੂੰ ਬਣਾਇਆ ਗਿਆ। 120 ਸੀਟਾਂ ਇਸ ਦੇ ਵਿੱਚ ਹੈਗੀਆਂ ਨੇ। 160 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਇਹ ਡੱਬਾ ਜਿਹੜਾ ਹੈ ਦੌੜੇਗਾ। ਦੇਸ਼ ਦਾ ਪਹਿਲਾ ਡੱਬਾ ਅਜਿਹਾ ਹੈ ਡਬਲ ਡੈਕਰ ਜਿਹੜਾ ਕਿ ਇੰਨੀ ਸਪੀਡ ਦੇ ਨਾਲ ਦੌੜੇਗਾ ਅਤੇ ਕਿਹਾ ਜਾ ਰਿਹਾ ਕਿ ਜਿਹੜੀਆਂ ਪਟਰੀਆਂ ਨੇ ਉਹਨਾਂ ਨੂੰ ਵੀ ਐਡਵਾਂਸ ਕਰਨ ਦੇ ਲਈ ਮਾਡਰਨ ਟੈਕਨੋਲੋਜੀ ਦੇ ਵਿੱਚ ਲਿਆਉਣ ਦੇ ਲਈ ਕੰਮ ਚੱਲ ਰਿਹਾ ਹੈ। ਤੇ ਥੋੜੇ ਦਿਨਾਂ ਬਾਅਦ ਹੀ ਇਸ ਡੱਬੇ ਦਾ ਨਿਰੀਖਣ ਹੋਵੇਗਾ ਅਤੇ ਉਸ ਤੋਂ ਬਾਅਦ ਇਹ ਜੇਕਰ ਪਾਸ ਹੁੰਦਾ ਹੈ ਤਾਂ ਇੰਡੀਆ ਦੇ ਵਿੱਚ ਅਜਿਹੇ ਡੱਬੇ ਜਿਹੜੇ ਆ ਹੋਰ ਬਣਾ ਕੇ ਕਪੂਰਥਲਾ ਦੇ ਵਿੱਚ ਜੋ RCF ਹੈ ਉਹਨਾਂ ਦੇ ਵੱਲੋਂ ਤਿਆਰ ਕੀਤੇ ਜਾਣਗੇ। ਕਹਿੰਦੇ ਨੇ ਕਿ ਪ੍ਰੋਡਕਸ਼ਨ ਸਾਡੇ ਕੋਲ ਪੂਰੀ ਪਈ ਹੈ, ਬਸ ਸਾਨੂੰ ਇੱਕ ਵਾਰੀ ਹਰੀ ਝੰਡੀ ਦੇ ਦੇ ਤਾਂ ਫਿਰ ਇਹੋ ਜਿਹੀ ਪ੍ਰੋਡਕਸ਼ਨ ਜਿਹੜੀ ਆ ਡੱਬੇ ਜਿਹੜੇ ਆ ਹੋਰ ਤਿਆਰ ਕਰਕੇ ਅਸੀਂ ਦੇਸ਼ ਨੂੰ ਦੇਵਾਂਗੇ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਕਪੂਰਥਲਾ।